ਅਕਸਰ ਹੀ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕੰਗਣਾ ਰਣੌਤ ਦੀ ਟਿੱਪਣੀ ਨੂੰ ਲੈ ਕੇ ਮੁੜ ਟੇਢਾ ਬਿਆਨ ਦੇ ਦਿੱਤਾ ਹੈ। ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਬੀਬੀਆਂ 100 ਰੁਪਏ ਤੇ ਜਾ ਕੇ ਰੋਟੀਆਂ ਪਕਾ ਰਹੀਆਂ। ਇਹ ਜ਼ਿਮੀਂਦਾਰਾਂ ਦੀਆਂ ਘਰ ਵਾਲੀਆਂ ਹੈਗੀਆਂ, ਬੜੀਆਂ ਤਕੜੀਆਂ, ਸ਼ਾਨਦਾਰ, ਇੱਜ਼ਤਦਾਰ ਹੈਗੀਆਂ। ਇਹੋ ਜਿਹੀ ਗੱਲ ਨਹੀਂ ਕਰੀਦੀ, ਪਰ ਜਦੋਂ ਤੁਸੀਂ ਆਪਣੀ ਮੰਜੀ ਥੱਲੇ ਝਾਤੀ ਮਾਰੋਗੇ, ਤੁਹਾਡੇ ਵਰਗੇ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਆ ਉਹ ਦਿਹਾੜੀ ਦੇ ਵਿੱਚ 10 ਲੱਖ ਰੁਪਈਆ ਲੈਂਦੇ ਆ ਪੂਰੀ ਰਾਤ ਦਾ। ਇਸ ਤੋਂ ਇਲਾਵਾ ਨਾ ਖੇਤੀਬਾੜੀ ਕਰਨ ਵਾਲਿਆਂ ਨੂੰ ਭਾਰਤ ਦੇ ਮੂਲ ਨਿਵਾਸੀ ਕਿਉਂ ਦੱਸਿਆ ਅਤੇ ਕਿਉਂ ਸਾਰੇ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ, ਇਹ ਵੱਡੇ ਸਵਾਲ ਹਨ। ਖੇਤੀਬਾੜੀ ਕਰਦੇ ਆ, ਇਹ ਅਸਲੀ ਤੌਰ ਤੇ ਇੰਡੀਆ ਦੇ ਨਿਵਾਸੀ ਹੈਗੇ। ਸਾਰੇ ਬਾਰਡਰ ਖੁੱਲ੍ਹਣੇ ਚਾਹੀਦੇ ਹੈ ਜਿਹਦੇ ਨਾਲ ਤੁਹਾਡਾ ਵਪਾਰ ਟ੍ਰੇਡ ਹੋਵੇ। ਸਾਡੀ ਪਾਰਟੀ ਸਮਝਦੀ ਹੈ ਕਿ ਅੱਜ ਪਾਕਿਸਤਾਨ ਦੇ ਨਾਲ ਸੁਲੇਮਾਨਕੀ, ਹਸੈਨੀ ਵਾਲਾ, ਵਾਹਗਾ, ਕਰਤਾਰਪੁਰ ਸਾਹਿਬ ਦਾ ਬਾਰਡਰ ਖੋਲ੍ਹੋ, ਜਿਹਦੇ ਨਾਲ ਸਾਡੀਆਂ ਜਿਨਸਾਂ ਭਾਰ ਇਸਲਾਮਿਕ ਮੁਲਕਾਂ ਦੇ ਵਿੱਚ ਜਾਣ। ਉਹਨਾਂ ਬਾਬਾ ਰਾਮਦੇਵ ਦੇ ਪਿਛਲੇ ਧਰਨੇ ਨੂੰ ਲੈ ਕੇ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ਭਾਰਤ ਦੀ ਮਾਨਯੋਗ ਸਰਵਉੱਚ ਅਦਾਲਤ ਉੱਤੇ ਵੀ ਟਿੱਪਣੀ ਕੀਤੀ ਹੈ। ਆਓ ਦੇਖਦੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਇਹ ਖਾਸ ਪੇਸ਼ਕਸ਼। ਇਹ ਰਾਮਦੇਵ ਦਾ ਹੱਕ ਹੈ ਮੁਜ਼ਾਹਰਾ ਕਰਨ ਨੂੰ। ਹੁਣ ਸੁਪਰੀਮ ਕੋਰਟ ਆਪਣੇ ਮੂੰਹ ਦੇ ਉੱਤੇ ਖੋਪੇ ਪਾਈ ਬੈਠੀ ਹੈ। ਇਹ ਕਦੇ ਦੇਖਦੀ ਨਹੀਂ ਕਿ ਉਹੀ ਕੰਮ ਹੁਣ ਇਹ ਜਿਹੜੇ ਕਿਸਾਨ ਆਏ ਹੋਏ ਆ ਦਿੱਲੀ 'ਚ ਉਹ ਕਰਨਾ ਚਾਹੁੰਦੇ ਆ। ਫਿਰ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੈ। ਸੁਪਰੀਮ ਕੋਰਟ ਉਹਦੀ ਨਿਗਰਾਨੀ ਰੱਖਦਾ ਕਾਨੂੰਨ ਦੀ ਅਤੇ ਸੰਵਿਧਾਨ ਦੀ, ਅਤੇ ਫਿਰ ਅੱਜ ਕੀ ਚੁੱਪ ਮਾਰੀ ਹੋਈ ਹੈ ਸੁਪਰੀਮ ਕੋਰਟ ਨੇ। ਸਾਰੇ ਪਾਸੇ ਜਿਹੜੇ ਦੁਖੀ ਕਿਸਾਨ ਹੈ ਸਾਰੇ ਇੰਡੀਆ ਦੇ ਵਿੱਚ, ਅਤੇ ਮੈਂ ਤਾਂ ਕਹੂੰਗਾ ਨਾਲ ਪਾਕਿਸਤਾਨ ਦੇ ਵੀ ਕਿਸਾਨ ਜੁੜ ਜਾਣ। ਇੰਡੀਆ ਨੇ 1947 ਤੋਂ ਬਾਅਦ ਕਿਸਾਨਾਂ ਦੀ ਬਾਤ ਨਹੀਂ ਪੁੱਛੀ। ਬੇਸ਼ੱਕ ਕਾਂਗਰਸ ਆਈ ਹੋਵੇ, ਬੇਸ਼ੱਕ ਹੋਰ ਲੜੀਆਂ ਮਿਲੀਆਂ ਸਰਕਾਰਾਂ ਆਈਆਂ ਹੋਣ, ਬੇਸ਼ੱਕ ਅੱਜ BJP ਹੈ, ਪਰ ਕਿਸਾਨਾਂ ਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਹੈ। ਐਤਕੀ ਜਿਹੜੇ ਕਿਸਾਨ ਕਾਨੂੰਨ ਬਣਾਏ ਹੈ ਉਹਦੇ ਵਿੱਚੋਂ MSP ਨੂੰ ਰੱਦ ਕਰ ਦਿੱਤਾ ਹੈ, ਜਿਹਦੇ ਨਾਲ ਕਿਸਾਨ ਬਿਲਕੁਲ ਜਿਹੜਾ ਖੇਤੀ ਕਰਦਾ ਹੈ, ਅੰਨਦਾਤਾ ਹੈ, ਉਹ ਮਾਰਿਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੀਬੀ ਜੀ ਤੁਹਾਡਾ ਬਹੁਤ ਰਿਣੀ ਹੈ ਜਿਹੜਾ ਤੁਸੀਂ ਅੱਜ ਇੰਟਰਵਿਊ ਲੈਣ ਆਏ ਹੋ। ਜਿਹੜਾ ਕਿਸਾਨਾਂ ਦਾ ਮਸਲਾ ਹੈ ਉਹ ਧਰਤੀ ਦਾ ਮਸਲਾ ਹੈਗਾ, ਕਿਉਂ ਕਰਕੇ ਕਿਸਾਨ ਅਤੇ ਅਸੀਂ ਧਰਤੀ ਨਾਲ ਮਿਲੇ ਹੋਏ ਹਾਂ। ਇਹ ਜਿਹੜਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਅਤੇ ਹੋਰ ਜਿੰਨੇ ਵੀ ਖੇਤੀਬਾੜੀ ਕਰਦੇ ਹੈ, ਇਹ ਅਸਲੀ ਤੌਰ 'ਤੇ ਇੰਡੀਆ ਦੇ ਨਿਵਾਸੀ ਹੈਗੇ ਹੈ। ਇਹ ਸਾਰਾ ਅੰਨ ਪੈਦਾ ਕਰਦੇ ਹੈ, ਕਿਸੇ ਤੋਂ ਕੁਛ ਲੈਂਦੇ ਨਹੀਂ ਹੈ। ਇਹਨਾਂ ਦੀ ਕੋਈ ਹੌਸਪੀਟਲ ਦੇ ਲਈ ਕੋਈ ਸਰਕਾਰ ਨੇ ਇੰਤਜ਼ਾਮ ਨਹੀਂ ਕੀਤਾ। ਇਹਨਾਂ ਨੂੰ ਵਡੇਪਾ ਪੈਨਸ਼ਨ ਨਹੀਂ ਦਿੱਤੀ ਜਾਂਦੀ। ਇਹ ਸਿਰਫ ਆਪਣੀ ਜ਼ਮੀਨ ਦੇ ਉੱਤੇ ਰਹਿ ਕੇ ਪੈਦਾਵਾਰ ਕਰਕੇ ਆਪਣੀ ਕਮਾਈ ਕਰਦੇ ਆ। ਅਤੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਅਸੀਂ ਹੁਣੇ ਮਨਾਇਆ। ਉਹਨਾਂ ਨੇ ਵੀ ਆਪਣੀ ਗੱਦੀ ਛੱਡ ਕੇ ਅਤੇ ਕਰਤਾਰਪੁਰ ਸਾਹਿਬ ਆ ਗਏ ਸੀਗੇ, ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜੀ ਖੇਤੀ ਹੈ ਇਹ ਉੱਤਮ ਹੈ, ਸਭ ਤੋਂ ਉੱਤਮ ਖੇਤੀ ਹੈ। ਔਰ ਇੰਡੀਆ ਨੇ 1947 ਤੋਂ ਬਾਅਦ ਕਿਸਾਨਾਂ ਦੀ ਬਾਤ ਨਹੀਂ ਪੁੱਛੀ। ਬੇਸ਼ੱਕ ਕਾਂਗਰਸ ਆਈ ਹੋਵੇ, ਬੇਸ਼ੱਕ ਹੋਰ ਲੜੀਆਂ ਮਿਲੀਆਂ ਸਰਕਾਰਾਂ ਆਈਆਂ ਹੋਣ, ਬੇਸ਼ੱਕ ਅੱਜ BJP ਹੈ, ਪਰ ਕਿਸਾਨਾਂ ਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਹੈ। ਔਰ ਜਿਹੜੇ BJP ਇੱਕ ਸ਼ਹਿਰੀ ਪਾਰਟੀ ਹੈ,
ਇਹ ਵੱਡੇ ਵੱਡੇ ਧਨਾਟਾਂ ਦੀ ਪਾਰਟੀ ਹੈ, ਕੋਆਪਰੇਟਸ ਦੀ ਪਾਰਟੀ ਹੈ। ਇਹਨਾਂ ਨੇ ਜਦੋਂ ਖੇਤੀਬਾੜੀ ਦੇ ਕਾਨੂੰਨ ਬਣਾਏ ਹੈ, ਇਹਨਾਂ ਨੇ ਕੋਈ ਵੀ ਪੰਜਾਬ ਦਾ ਜਾਂ ਜ਼ਿਮੀਂਦਾਰ ਜਾਂ ਕਿਸਾਨ ਉਸ ਕਮੇਟੀ ਦੇ ਵਿੱਚ ਨਹੀਂ ਪਾਇਆ ਜਿਹੜਾ ਦੱਸ ਸਕੇ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਹਨ। ਹੁਣ ਇਹ ਹੈ ਕਿ ਸਦੀਆਂ ਤੋਂ ਸਾਡੇ MSP ਚੱਲਦਾ ਹੈ, ਜਿਹਦੇ ਤਹਿਤ ਸਾਡੇ ਕਿਸਾਨਾਂ ਨੂੰ ਫਿਕਸ ਭਾਅ ਆਪਣੀ ਜਿਨਸ ਦੇ ਮਿਲਦੇ ਹੈ। ਪਰ ਉਹ MSP ਐਤਕੀ ਜਿਹੜੇ ਕਿਸਾਨ ਕਾਨੂੰਨ ਬਣਾਏ ਹੈ ਉਹਦੇ ਵਿੱਚੋਂ MSP ਨੂੰ ਰੱਦ ਕਰ ਦਿੱਤਾ ਹੈ, ਜਿਹਦੇ ਨਾਲ ਕਿਸਾਨ ਬਿਲਕੁਲ ਜਿਹੜਾ ਖੇਤੀ ਕਰਦਾ ਹੈ, ਅੰਨਦਾਤਾ ਹੈ, ਉਹ ਮਾਰਿਆ ਜਾਊਗਾ। ਔਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਇੱਕ ਸ਼ਹਿਰੀ ਪਾਰਟੀ BJP RSS ਨੇ ਜ਼ੁਲਮ ਕੀਤਾ ਹੈ ਕਿ ਕਿਸਾਨ ਜਿਨ੍ਹਾਂ ਦੇ ਬੇਟੇ ਫੌਜ ਦੇ ਵਿੱਚ ਵੀ ਹੈਗੇ ਹੈ, ਹੁਣ ਵੀ ਆਪਣੇ ਜਵਾਨ ਲਦਾਖ ਦੇ ਵਿੱਚ ਮਾਰੇ ਗਏ ਹੈ, ਸ਼ਹੀਦ ਹੋਏ ਹੈ, ਉਹ ਸਾਰੇ ਕਿਸਾਨਾਂ ਦੇ ਬੇਟੇ ਹੈ। ਫੌਜ ਵੀ ਕਿਸਾਨਾਂ ਦੀ ਹੈ, ਸਾਰੇ ਪੈਰਾਮਿਲਟਰੀ ਫੋਰਸਿਸ, ਪੁਲਿਸ ਸਾਰੀ ਕਿਸਾਨਾਂ ਦੇ ਬੇਟੇ ਉੱਥੇ ਕੰਮ ਕਰਦੇ। ਜੇ ਕਿਸਾਨ ਇੰਡੀਆ ਦੀ ਇੱਡੀ ਸੇਵਾ ਕਰਦੇ ਆ ਬਾਰਡਰਾਂ ਦੇ ਉੱਤੇ ਅਤੇ ਖੇਤੀ ਦੇ ਉੱਤੇ ਅਤੇ ਅੰਦਰ ਪੁਲਿਸ ਵਿੱਚ ਹੋ ਕੇ, ਅਤੇ ਫਿਰ ਉਹਨਾਂ ਨੂੰ ਨਿਰਾਸ਼ ਕਿਉਂ ਕੀਤਾ ਜਾ ਰਿਹਾ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਹੁਣ ਉਹਨਾਂ ਦੇ ਨਾਲ ਬੈਠ ਕੇ ਇਹ ਜਿਹੜੇ ਮਸਲੇ ਹੈਗੇ ਆ ਇਹ ਹੱਲ ਕਰੇ ਕਿ ਕਿਸੇ ਦੀ ਬਦਨਾਮੀ ਨਹੀਂ ਹੋਣੀ, ਕਿਸੇ ਦਾ ਕੁਛ ਨਹੀਂ ਹੋਣਾ। ਅਤੇ ਬਾਹਰ ਦੇ ਮੁਲਕ ਵੀ, ਆਸਟ੍ਰੇਲੀਆ ਵੀ, ਕੈਨੇਡਾ ਦੇ ਵੀ ਪ੍ਰਾਈਮ ਮਿਨਿਸਟਰ ਕਹਿ ਰਹੇ ਹੈ ਕਿ ਕਿਸਾਨਾਂ ਦੇ ਉੱਤੇ ਠੰਡਾ ਪਾਣੀ ਦੀ ਬਾਰਿਸ਼ ਨਹੀਂ ਸੀ ਕਰਨੀ ਚਾਹੀਦੀ, ਉਹਨਾਂ ਦੇ ਉੱਤੇ ਲਾਠੀ ਚਾਰਜਾਂ ਨਹੀਂ ਸੀ ਕਰਨੀਆਂ ਚਾਹੀਦੀਆਂ। ਅਤੇ ਇੰਡੀਆ ਬੜਾ ਖਫਾ ਹੈ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹੋ ਜਿਹਾ ਬਿਆਨ ਕਿਉਂ ਦਿੱਤਾ ਕਿ ਸਾਡੇ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹ ਦਖਲਅੰਦਾਜ਼ੀ ਕਿਉਂ ਕਰ ਰਹੇ ਹੈ। ਪਰ ਜਦੋਂ ਕੈਨੇਡਾ ਦੇ ਵਿੱਚ ਇੰਨੇ ਸਿੱਖ ਹੈਗੇ ਹੈ ਜਿਹੜੇ ਕਿਸਾਨਾਂ ਦੇ ਬੱਚੇ ਹੈ, ਉਹਨਾਂ ਦੇ ਵੋਟਰ ਕੈਨੇਡੀਅਨ MPs ਦੇ ਪ੍ਰਾਈਮ ਮਿਨਿਸਟਰ ਦੇ ਵੋਟਰ ਕਿਸਾਨਾਂ ਦੇ ਪੁੱਤ ਹੈ, ਸਿੱਖ ਨੇ, ਫਿਰ ਉਹਨਾਂ ਨੂੰ ਤਾਂ ਬੋਲਣਾ ਹੀ ਪੈਂਦਾ। ਆਸਟ੍ਰੇਲੀਆ ਦੇ ਵਿੱਚ ਵੀ ਸਿੱਖ ਬਹੁਤ ਚਲੇ ਗਏ ਹੈ, ਕਿਸਾਨਾਂ ਦੇ ਬੇਟੇ, ਉੱਥੇ ਵੀ ਪ੍ਰਾਈਮ ਮਿਨਿਸਟਰ ਨੂੰ ਬੋਲਣਾ ਪੈਂਦਾ। ਵਿਲਾਇਤ ਦੇ MPs ਵੀ ਬੋਲਦੇ ਹੈ। ਸੋ ਇਹ ਸ਼ਰਮ ਦੀ ਗੱਲ ਨਹੀਂ ਹੈ। ਜੇ ਤੁਹਾਨੂੰ ਕੋਈ ਸਿੱਧੇ ਰਾਹ ਪਾਉਂਦਾ ਇੰਡੀਆ ਨੂੰ, ਅਤੇ ਉਹ ਰਾਹ ਆਪਾਂ ਨੂੰ ਪੈ ਜਾਣਾ ਚਾਹੀਦਾ। ਅਸੀਂ ਸਮਝਦੇ ਹਾਂ ਕਿ ਸੈਂਟਰ ਦੀ ਸਰਕਾਰ ਹੁਣ ਜ਼ੁਲਮ ਤੋਂ ਥੱਲੇ ਉਤਰ ਕੇ ਕਿਸਾਨਾਂ ਨੂੰ ਅੰਦਰ ਦਿੱਲੀ ਦੇ ਵਿੱਚ ਜਾਣ ਦੇਊਗੀ, ਅਤੇ ਜਿੱਥੇ ਕਿਸਾਨ ਮੁਜ਼ਾਹਰਾ ਕਰਦੇ ਹੈ, ਹੋਰ ਲੋਕ ਕਰਦੇ ਹੈ, ਉਹ ਜਗ੍ਹਾ ਦੇ ਉੱਤੇ ਇਹ ਮੁਜ਼ਾਹਰੇ 'ਤੇ ਲੇਖ ਬਿਠਾਉਣਗੇ। ਕਿਉਂ ਕਰਕੇ ਰਾਮਦੇਵ ਇੱਕ ਬਾਬਾ ਹੈ ਜਿਸ ਨੇ ਮੁਜ਼ਾਹਰਾ ਕੀਤਾ ਸੀ ਦਿੱਲੀ ਦੇ ਵਿੱਚ, ਪਰ ਪੁਲਿਸ ਨੇ ਉਸ ਨੂੰ ਉਖਾੜ ਦਿੱਤਾ ਸੀਗਾ। ਫਿਰ ਸੁਪਰੀਮ ਕੋਰਟ ਨੇ ਦਿੱਲੀ ਦਾ ਕਮਿਸ਼ਨਰ ਪੁਲਿਸ ਦਾ ਬੁਲਾਇਆ ਸੀ ਅਤੇ ਉਹਨੂੰ ਕਿਹਾ ਸੀ ਕਿ ਤੁਸੀਂ ਮੁਜ਼ਾਹਰਾ ਕਿਉਂ ਨਹੀਂ ਹੋਣ ਦਿੰਦੇ, ਇਹ ਇਹਨਾਂ ਦਾ ਹੱਕ ਹੈ। ਫਿਰ ਰਾਮਦੇਵ ਨੇ ਮੁਜ਼ਾਹਰਾ ਕੀਤਾ ਸੀ, ਬੜੀ ਵੱਡੀ ਸੰਗਤ ਆਈ ਸੀਗੀ। ਫਿਰ ਇਹ ਰਾਮਦੇਵ ਦਾ ਹੱਕ ਹੈ ਮੁਜ਼ਾਹਰਾ ਕਰਨ ਨੂੰ, ਹੁਣ ਸੁਪਰੀਮ ਕੋਰਟ ਆਪਣੇ ਮੂੰਹ ਦੇ ਉੱਤੇ ਖੋਪੇ ਪਾਈ ਬੈਠੀ ਹੈ। ਇਹ ਕਦੇ ਦੇਖਦੀ ਨਹੀਂ ਕਿ ਉਹੀ ਕੰਮ ਹੁਣ ਇਹ ਜਿਹੜੇ ਕਿਸਾਨ ਆਏ ਹੋਏ ਹੈ ਦਿੱਲੀ 'ਚ ਉਹ ਕਰਨਾ ਚਾਹੁੰਦੇ ਹੈ। ਫਿਰ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੈ। ਸੁਪਰੀਮ ਕੋਰਟ ਉਹਦੀ ਨਿਗਰਾਨੀ ਰੱਖਦਾ ਕਾਨੂੰਨ ਦੀ ਅਤੇ ਸੰਵਿਧਾਨ ਦੀ, ਅਤੇ ਫਿਰ ਅੱਜ ਕਿਉਂ ਚੁੱਪ ਮਾਰੀ ਹੋਈ ਹੈ ਸੁਪਰੀਮ ਕੋਰਟ ਨੇ? ਸੋ ਇਹੋ ਜਿਹੀਆਂ ਗੱਲਾਂ ਹੈਗੀਆਂ। ਦੂਸਰੀ ਗੱਲ ਹੈ ਕਿ ਜੇ ਦਿੱਲੀ ਸਾਡੀ ਗੱਲ ਨਹੀਂ ਸੁਣਦੀ, ਫਿਰ ਇੰਟਰਨੈਸ਼ਨਲ ਕਾਨੂੰਨ ਹੈਗਾ ਇਹ WTO, ਉਹਦੇ ਮੁਤਾਬਕ ਸਾਰੇ ਬਾਰਡਰ ਖੁੱਲ੍ਹਣੇ ਚਾਹੀਦੇ ਹੈ, ਜਿਹਦੇ ਨਾਲ ਤੁਹਾਡਾ ਵਪਾਰ ਟਰੇਡ ਹੋਵੇ। ਸਾਡੀ ਪਾਰਟੀ ਸਮਝਦੀ ਹੈ ਕਿ ਅੱਜ ਪਾਕਿਸਤਾਨ ਦੇ ਨਾਲ
ਸੁਲੇਮਾਨ ਕੀ ਹਸੈਨੀ ਵਾਲਾ ਵਾਹਗਾ ਕਰਤਾਰਪੁਰ ਸਾਹਿਬ ਦਾ ਬਾਰਡਰ ਖੋਲ੍ਹੋ, ਜਿਹਦੇ ਨਾਲ ਸਾਡੀਆਂ ਜਿਨਸਾਂ ਭਾਰ ਇਸਲਾਮਿਕ ਮੁਲਕਾਂ ਦੇ ਵਿੱਚ ਜਾਣ, ਰੂਸ ਅਤੇ ਚੀਨ ਦੇ ਵਿੱਚ ਵੀ ਜਾਣ। ਅਤੇ ਪਾਕਿਸਤਾਨ ਦੇ ਵਿੱਚ ਬਹੁਤ ਕਮੀ ਹੋ ਗਈ ਹੈ ਕਣਕ ਦੀ, ਅਤੇ ਪਾਕਿਸਤਾਨ ਮੰਗਾ ਰਿਹਾ ਕਣਕ ਰੂਸ ਤੋਂ। ਤਾਂ ਜਦੋਂ ਆਹ ਪੈਲੀ ਦੇ ਨਾਲ ਪੈਲੀ ਲੱਗਦੀ ਆ, ਦੇਖੋ ਆਹ ਇੰਡੀਆ ਹੋਵੇ ਉਹ ਪਾਕਿਸਤਾਨ ਹੋਵੇ, ਅਤੇ ਫਿਰ ਰੂਸ ਤੋਂ ਕਿਉਂ ਕਣਕ ਪਾਕਿਸਤਾਨ ਮੰਗਾਏ, ਇੱਥੋਂ ਕਿਉਂ ਨਹੀਂ ਜਾ ਸਕਦੀ ਹੈਗੀ। ਅਤੇ ਜਿਹੜੀ ਆਪਣੀ ਬਾਸਮਤੀ ਹੈ, ਈਰਾਨ ਦੇ ਵਿੱਚ ਇਹਦਾ ਭਾਅ ਹੈਗਾ 4000 ਤੋਂ 5000 ਰੁਪਈਆ ਕੁਇੰਟਲ, ਇੱਥੇ 2000 ਨੂੰ ਵਿਕ ਰਹੀ ਹੈ। ਕਿੰਨਾ ਘੱਟ ਹੈ। ਜੇ ਬਾਰਡਰ ਖੁੱਲ੍ਹ ਜਾਣ ਅਤੇ ਜਿਹੜੇ ਸਾਡੇ ਬੇਰੁਜ਼ਗਾਰ ਮੁੰਡੇ ਹੈ, ਬੀਬੀਆਂ, ਇਹਨਾਂ ਨੂੰ ਬਹੁਤ ਜ਼ਿਆਦਾ ਉੱਥੇ ਰੋਜ਼ੀ ਮਿਲ ਸਕਦੀ ਹੈ। ਸਾਡੀ ਟਰਾਂਸਪੋਰਟ ਜਾਊਗੀ। ਟਰਾਂਸਪੋਰਟ ਜਿਹੜੇ ਸਿੱਖ ਅਤੇ ਪੰਜਾਬੀ ਹੈ, ਇਹਨਾਂ ਦੇ ਦੋ ਕਿੱਤੇ ਹੈਗੇ ਆ। ਇੱਕ ਹੈਗਾ ਖੇਤੀਬਾੜੀ, ਦੂਜਾ ਹੈਗਾ ਟਰਾਂਸਪੋਰਟ ਵੀ ਵਧੂਗੀ, ਇੰਡੀਆ ਨੂੰ ਵੀ ਫਾਇਦਾ ਹੋਊਗਾ, ਇਹਦੀ GDP ਵੀ ਵਧੂਗੀ। ਅਤੇ ਮੈਨੂੰ ਨਹੀਂ ਪਤਾ ਕਿ ਇਹ ਜਿੱਥੇ ਵੀ ਸਿੱਖਾਂ ਦਾ ਮਸਲਾ ਹੁੰਦਾ ਹੈ, ਉੱਥੇ ਸੈਂਟਰ ਦੀਆਂ ਸਰਕਾਰਾਂ ਟਾਈਟ ਹੋ ਜਾਂਦੀਆਂ। ਪ੍ਰਧਾਨ ਜੀ, ਜਿਸ ਤਰ੍ਹਾਂ ਕਿ ਬਾਲੀਵੁੱਡ ਦੀ ਕੰਗਣਾ ਰਾਵਤ ਹੈ, ਉਹ ਕਹਿੰਦੀ ਹੈ ਵੀ ਜਿਹੜੇ ਆਪਣੇ ਬਜ਼ੁਰਗ ਗਈਆਂ ਹੋਈਆਂ ਨੇ ਉੱਥੇ ਆਪਣੇ ਘਰਾਂ 'ਚ ਉੱਠ ਕੇ ਕਿਸਾਨਾਂ ਦੇ ਨਾਲ ਮੋਢਾ ਮਿਲਾ ਕੇ ਧਰਨਿਆਂ ਦੇ ਵਿੱਚ, ਅਤੇ ਉੱਥੇ ਉਹ ਲੰਗਰ ਪਾਣੀ ਬਣਾ ਰਹੀਆਂ ਨੇ, ਅਤੇ ਉੱਥੇ ਉਹਨਾਂ 'ਤੇ ਉਂਗਲੀ ਉਠਾਈ ਜਾ ਰਹੀ ਹੈ ਕਿ 100 ਰੁਪਏ ਵਿੱਚ ਖਰੀਦੇਂਗੇ। ਇਹਨਾਂ ਬਾਰੇ ਤੁਹਾਡਾ ਕੀ ਕਹਿਣਾ? ਇਹ ਬੀਬੀ ਜੀ ਨੂੰ ਵਾਕਫੀਅਤ ਨਹੀਂ ਹੈਗੇ, ਤਾਂ ਇਹ ਹਿਮਾਚਲ ਪ੍ਰਦੇਸ਼ ਦੇ ਹੈ, ਅਤੇ ਸਾਡਾ ਰਿਸ਼ਤਾ ਹਿਮਾਚਲ ਦੇ ਨਾਲ ਬਹੁਤ ਅੱਛਾ ਅਤੇ ਨੇੜ ਦਾ ਹੈਗਾ। ਅਤੇ ਮੈਂ ਦੱਸਣਾ ਚਾਹੁੰਦਾ ਕਿ ਬੀਬੀ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿ ਇਹ ਬੀਬੀਆਂ 100 ਰੁਪਏ 'ਤੇ ਜਾ ਕੇ ਰੋਟੀਆਂ ਪਕਾ ਰਹੀਆਂ। ਇਹ ਜ਼ਿਮੀਂਦਾਰਾਂ ਦੀਆਂ ਘਰ ਵਾਲੀਆਂ ਹੈਗੀਆਂ, ਬੜੀਆਂ ਤਕੜੀਆਂ, ਸ਼ਾਨਦਾਰ, ਇੱਜ਼ਤਦਾਰ ਹੈਗੀਆਂ। ਇਹੋ ਜਿਹੀ ਗੱਲ ਨਹੀਂ ਕਰੀਦੀ। ਪਰ ਜਦੋਂ ਤੁਸੀਂ ਆਪਣੀ ਮੰਜੀ ਥੱਲੇ ਝਾਤੀ ਮਾਰੋਗੇ, ਤੁਹਾਡੇ ਵਰਗੇ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਹੈ, ਉਹ ਦਿਹਾੜੀ ਦੇ ਵਿੱਚ 10 ਲੱਖ ਰੁਪਈਆ ਲੈਂਦੇ ਹੈ, ਪੂਰੀ ਰਾਤ ਦਾ, ਪੂਰੇ ਦਿਨ ਦਾ। ਜੇ ਕੋਈ ਬਿਜ਼ਨਸਮੈਨ, ਕੋਈ ਚੰਗਾ ਤਕੜਾ ਉਹਨਾਂ ਨੂੰ ਇੱਕ ਦਿਨ ਅਤੇ ਇੱਕ ਰਾਤ ਦੇ ਲਈ ਬੁਲਾਵੇ ਅਤੇ ਉਹਦੇ ਕੋਲੇ ਇਹ ਬੀਬੀਆਂ ਰਹਿਣ। ਸੋ ਇਹੋ ਜਿਹੀ ਗੰਦੀ ਗੱਲ ਨਹੀਂ ਕਰਨੀ ਚਾਹੀਦੀ। ਜਰਾ ਆਪਣੀ ਪੀੜ੍ਹੀ ਥੱਲੇ ਮਾਰੋ ਜਰਾ ਨਿਗਾਹ ਕਿ ਤੁਸੀਂ ਕਿੰਨੇ ਪੈਸੇ ਲੈਂਦੇ ਹੋ। ਜਦੋਂ ਤੁਹਾਨੂੰ 10 ਲੱਖ ਰੁਪਈਆ ਇੱਕ ਰਾਤ ਅਤੇ ਇੱਕ ਦਿਨ ਦਾ ਮਿਲਦਾ, ਅਤੇ ਤੁਸੀਂ ਵੀ ਜਰਾ ਝਾਤੀ ਮਾਰੋ। ਇਹ ਤਾਂ ਬੀਬੀਆਂ ਕਿਰਤ ਕਰਦੀਆਂ, 10 ਨੌਂ ਦੀਆਂ, ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਕਿਰਤ ਕਰੋ, ਆਪਣੇ ਨੌਂ ਦੀ ਕਿਰਤ ਕਰੋ। ਇਹ ਕਿਰਤ ਕਰ ਰਹੀਆਂ ਨੇ। ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਤੁਸੀਂ ਆਪ ਦੇਖੋ ਤੁਸੀਂ ਕੀ ਕਰਦੇ ਹੈਗੇ। ਪ੍ਰਧਾਨ ਜੀ, ਇੱਕ ਨਾ 8 ਤਰੀਕ ਨੂੰ ਕਿਸਾਨਾਂ ਨੇ ਜੇ ਸਰਕਾਰਾਂ ਨੇ ਨਾ ਸੁੱਤੀਆਂ ਜਾਗੀਆਂ ਤਾਂ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹ ਬੜੇ ਜ਼ੋਰ ਦੇ ਨਾਲ ਸਾਰੇ ਮੁਸਲਮਾਨ ਭਰਾਵਾਂ ਨੇ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇਕੱਠ ਕੀਤੇ ਹੈਗੇ ਹੈ ਸ਼ਹੀਨ ਬਾਗ, ਅਤੇ ਸਾਰੇ ਪਾਸੇ ਜਿਹੜੇ ਦੁਖੀ ਕਿਸਾਨ ਹੈ ਸਾਰੇ ਇੰਡੀਆ ਦੇ ਵਿੱਚ, ਅਤੇ ਮੈਂ ਤਾਂ ਕਹੂੰਗਾ ਨਾਲ ਪਾਕਿਸਤਾਨ ਦੇ ਵੀ ਕਿਸਾਨ ਜੁੜ ਜਾਣ। ਅਤੇ 8 ਤਰੀਕ ਨੂੰ ਅਸੀਂ ਬਿਲਕੁਲ ਬੰਗਲਾਦੇਸ਼ ਦੇ ਵਿੱਚ ਵੀ, ਭੂਟਾਨ ਦੇ ਵਿੱਚ ਵੀ, ਤਿੱਬਤ ਦੇ ਵਿੱਚ ਵੀ, ਸਾਰੇ ਪਾਸੇ, ਸ੍ਰੀਲੰਕਾ ਦੇ ਵਿੱਚ ਵੀ ਕਿਸਾਨ 8 ਤਰੀਕ ਨੂੰ ਹੜਤਾਲ ਕਰਨ, ਜਿਹਦੇ ਨਾਲ ਕਿਸਾਨਾਂ ਦੀ ਗੱਲ ਹੋਵੇ। ਔਰ ਜਿਵੇਂ ਨਾਨਕ ਸਾਹਿਬ ਨੇ ਕਿਹਾ, ਗੁਰੂ ਸਾਹਿਬ ਨੇ, ਖੇਤੀ ਉੱਤਮ ਹੈ, ਇਹਦੇ ਹੱਕ ਦੇ ਵਿੱਚ ਹਰੇਕ ਪਰਿੰਦੇ ਨੂੰ, ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਇਹ ਤਕੜੇ ਹੋ ਕੇ ਠਹਿਰਾਉਣੇ, ਚੰਗੀ ਤਰ੍ਹਾਂ ਇਸ ਦੇ ਉੱਤੇ ਪਹਿਰਾ ਦੇਣਾ ਚਾਹੀਦਾ। ਪ੍ਰਧਾਨ ਜੀ, ਜਿਹੜੇ ਆੜਤੀ ਨੇ ਇਹ ਕਿਸਾਨਾਂ ਦੇ ਨਾਲ ਦਿੱਲੀ ਤੱਕ ਜਾਣ ਨੂੰ ਤਿਆਰ ਨੇ, ਅਤੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਜਿਹੜੇ ਆੜਤੀ ਹੈ ਨਾ ਜੀ, ਇਹ ਸਾਡੇ ਭਰਾ ਹੈਗੇ ਆ ਜੀ। ਕਿਉਂ ਕਰਕੇ ਜਿੱਥੇ ਵੀ ਨਹਿਰਾਂ ਖੁੱਲ੍ਹੀਆਂ ਨਾ ਰਾਜਸਥਾਨ ਨੂੰ, ਜੀ, ਅਤੇ ਸਿੱਖ ਜ਼ਿਮੀਂਦਾਰ ਉੱਥੇ ਜ਼ਮੀਨਾਂ ਉਹਨਾਂ ਨੇ ਲਈਆਂ, ਕਾਸ਼ਤ ਕਰਦੇ ਹੈ। ਨਾਲ ਦੇ ਨਾਲ ਉਹਨਾਂ ਦੇ ਆੜਤੀਏ ਵੀ ਰਾਜਸਥਾਨ, ਗੁਜਰਾਤ ਤੱਕ ਫੈਲ ਗਏ ਆ। ਸੋ ਸਾਡਾ ਦੋਨਾਂ ਦਾ ਇੱਕ ਬਹੁਤ ਵੱਡਾ ਰਿਸ਼ਤਾ ਹੈ
ਕਿ ਆੜਤੀ ਜੇ ਜਿੱਧਰ ਵੀ ਸਿੱਖ ਜਾਂਦੇ ਆ ਜ਼ਿਮੀਂਦਾਰ ਉਹਨਾਂ ਦੇ ਨਾਲ ਮੰਡੀਆਂ ਬਣਾਉਂਦੇ ਆ, ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਹ ਆੜਤੀਏ ਵੀ ਲੱਗ ਗਏ ਹੈ। ਅਤੇ ਆੜਤੀਆਂ ਨੂੰ ਇਹ ਵੀ ਸਪੋਰਟ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਬਾਰਡਰ ਖੁੱਲ੍ਹਣ ਅਤੇ ਅਸੀਂ ਆਪਣਾ ਵਪਾਰ ਈਰਾਨ, ਇਰਾਕ, ਸੀਰੀਆ, ਲੈਬਨਾਨ, ਗਲਫ, ਸਾਊਦੀ ਅਰੇਬੀਆ, ਸੈਂਟਰਲ ਜਿਹੜੀਆਂ ਰਿਪਬਲਿਕਸ ਨੇ ਏਸ਼ੀਆ ਦੀਆਂ, ਰੂਸ ਅਤੇ ਚੀਨ ਤੱਕ ਅਸੀਂ ਲਈਏ। ਇਹਦੇ ਵਿੱਚ ਸਾਡੇ ਬੱਚੇ ਫਿੱਟ ਹੋਣਗੇ ਟਰਾਂਸਪੋਰਟ ਦੇ ਵਿੱਚ। ਜਿਹੜੇ ਆੜਤੀਏ ਲਾਲੇ ਹੈਗੇ ਹੈ ਉਹ ਕਰਦੇ ਹੈ, ਟਰੇਡ ਕਰਦੇ ਹੈ, ਉਹਨਾਂ ਨੂੰ ਵੀ ਬਹੁਤ ਫਾਇਦਾ ਹੋਊਗਾ। ਇਹ ਸਾਰਿਆਂ ਨੂੰ ਫਾਇਦਾ ਹੋਊਗਾ। ਮਤਸਬ ਦੇ ਵਿੱਚ ਰਹਿ ਕੇ ਕਿ ਅਸੀਂ ਮੁਸਲਮਾਨਾਂ ਦੇ ਨਾਲ ਸੁਲ੍ਹਾ ਨਹੀਂ ਕਰਨੀ, ਇਹ ਬਿਲਕੁਲ ਗਲਤ ਗੱਲ ਹੈ। ਜਦੋਂ WTO ਨੇ ਕਹਿਤਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ, ਜਿਹਦੇ ਉੱਤੇ ਇੰਡੀਆ ਦੇ ਦਸਤਖਤ ਹੋਏ ਹੈ, ਫਿਰ ਇਹ ਸਾਡੀ ਪਾਰਟੀ ਦੀ ਬੜੀ ਜਸਟ ਡਿਮਾਂਡ ਹੈ ਕਿ ਬਾਰਡਰ ਖੋਲ੍ਹੋ। ਅਤੇ 19 ਤਰੀਕ ਨੂੰ ਇਸੇ ਮਹੀਨੇ ਅਸੀਂ ਬਹੁਤ ਵੱਡਾ ਮੁਜ਼ਾਹਰਾ ਵਾਹਗਾ ਬਾਰਡਰ ਦੇ ਉੱਤੇ ਕਰ ਰਹੇ ਹਾਂ ਕਿ ਇਹ ਬਾਰਡਰ ਖੁੱਲ੍ਹ ਦਿੱਤੇ ਜਾਣ ਟਰੇਡ ਦੇ ਲਈ ਅਤੇ ਜਿਨਸਾਂ ਨੂੰ ਇੱਧਰ ਉੱਧਰ ਜਾਣ ਨੂੰ।